ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 9ਵੇਂ ਭਾਗ ਵਿੱਚ ਸੁਣੋ HIV ਅਤੇ ਏਡਜ਼ ਦਾ ਹਊਆ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਸਦੀ ਦੇ ਸ਼ੁਰੂ 80ਾਂ ਤੋਂ ਇੱਕ ਭਿਆਨਕ ਮਹਾਂਮਾਰੀ ਦੇ ਸੰਕੇਤ ਪ੍ਰੈਸ ਅਤੇ ਟੀਵੀ ਉੱਤੇ ਆਉਣੇ ਸ਼ੁਰੂ ਹੋਏ। ਪਹਿਲਾਂ ਆਇਆ ਕਿ ਇਹ ਰੋਗ ਕੇਵਲ ਸਮਲਿੰਗੀ ਰੁਚੀਆਂ ਵਾਲੀ ਨਰ ਸ਼੍ਰੇਣੀ ਵਿੱਚ ਹੀ ਵੇਖਣ ਵਿੱਚ ਆਇਆ ਹੈ, ਸਧਾਰਨ ਨਰ ਮਾਦਾ ਰਿਸ਼ਤੇ ਵਾਲਿਆਂ ਵਿੱਚ ਨਹੀਂ। ਫਿਰ ਕਿਹਾ ਗਿਆ ਕਿ ਇਸ ਦਾ ਅਮਰੀਕਨ ਕਾਲੇ ਲੋਕਾਂ ਵਿੱਚ ਖਿਲਾਰ ਦਾ ਮੁੱਖ ਕਾਰਨ ਹੈ ਇੱਕੋ ਹੀ ਸੂਈ ਨਾਲ ਕਈ ਲੋਕਾਂ ਦਾ ਨਸ਼ੇ ਦੇ ਟੀਕੇ ਲਗਾਉਣਾ। ਫਿਰ ਦੱਸਿਆ ਗਿਆ ਕਿ ਨਰ ਜਾਂ ਮਾਦਾ ਦੋਹਾਂ ਵੱਲੋਂ ਇਹ ਰੋਗ ਖਿਲਰ ਸਕਦਾ ਹੈ। ਅਖੀਰ ਉੱਤੇ ਆਇਆ ਕਿ ਵੇਸਵਾਵਾਂ ਇਸ ਰੋਗ ਨੂੰ ਖਿਲਾਰਨ ਦਾ ਬਹੁਤ ਵੱਡਾ ਕਾਰਨ ਹਨ। ਏਡਜ਼ ਦਾ ਪੂਰਾ ਮਤਲਬ ਹੈ ਐਕੂਰੇਟ ਇਮਿਊਨ ਡਿਫੈਂਸਿਸੀ ਸੈਂਡਰਮ, ਭਾਵ ਕਿ ਸਰੀਰ ਦੀ ਰੱਖਿਆ ਪ੍ਰਣਾਲੀ ਹਾਰ ਜਾਣੀ, ਇੰਨੀ ਮਰਨਾਊ ਹੋ ਜਾਣੀ ਕਿ ਰੋਗੀ ਸਰੀਰ ਬੈਕਟੀਰੀਆ, ਵਾਇਰਸ ਜਾਂ ਫੰਗਸ ਉੱਲੀ ਦੇ ਨਾਲ ਗ੍ਰਸਤ ਹੋ ਕੇ ਰੋਜ਼ ਬਾ ਰੋਜ਼ ਨਿਗਰਦਾ ਜਾਵੇ ਅਤੇ ਅੰਤ ਵਿੱਚ ਉਸ ਨੂੰ ਬੇਵਕਤ ਮੌਤ ਆ ਜਾਵੇ। ਸਾਇੰਸਦਾਨਾਂ ਵੱਲੋਂ ਏਡਜ਼ ਦੇ ਕਾਰਨ ਲੱਭਣ ਦੇ ਯਤਨ ਸ਼ੁਰੂ ਹੋ ਗਏ। ਜੇ ਕੋਈ ਬੈਕਟੀਰੀਆ ਜਾਂ ਫੰਗਸ ਇਸ ਦਾ ਕਾਰਨ ਹੁੰਦਾ ਤਾਂ ਦਿਨਾਂ ਵਿੱਚ ਹੀ ਲੱਭ ਜਾਣਾ ਸੀ। ਕੋਈ ਅਜਿਹਾ ਹਮਲਾਵਰ ਨਹੀਂ ਲੱਭਿਆ ਜਿਸ ਦੀ ਵਾਕ ਵੀ ਪਹਿਲਾਂ ਨਹੀਂ ਸੀ। ਇਸ ਲਈ ਏਡਜ਼ ਦੀ ਵਾਇਰਸ ਲੱਭਣ ਵੱਲ ਯਤਨ ਸ਼ੁਰੂ ਹੋ ਗਏ। ਪਾਸਚਰ ਇੰਸਟੀਚਿਊਟ ਪੈਰਿਸ ਅੰਦਰ ਕੰਮ ਕਰਦਿਆਂ ਫਾਂਸਵਾ ਬਰੇਸਨੂਜ਼ੀ ਅਤੇ ਲੋਕ ਮੋਨਟਾਨੀਅਰ ਨੇ 1983 ਈਸਵੀ ਵਿੱਚ ਇੱਕ ਨਵੀਂ ਵਾਇਰਸ ਏਡਜ਼ ਦੇ ਰੋਗੀਆਂ ਅੰਦਰ ਲੱਭੀ, ਜਿਸ ਦਾ ਨਾਮ HIV ਰੱਖਿਆ ਗਿਆ। ਇਸ ਵਾਇਰਸ ਦਾ ਇੱਕ ਨਮੂਨਾ ਅਮਰੀਕਾ ਅੰਦਰ ਵਾਸ਼ਿੰਗਟਨ ਸਥਿਤ ਰਾਬਰਟ ਗੈਲੋ ਨੂੰ ਪ੍ਰੋੜਤਾ ਲਈ ਭੇਜਿਆ ਗਿਆ। ਗੈਲੋ ਨੇ ਕੁਝ ਹੀ ਚਿਰ ਪਿੱਛੋਂ ਉਸ ਨਮੂਨੇ ਨੂੰ ਆਪਣਾ ਕਹਿ ਕੇ ਐਲਾਨ ਕਰ ਦਿੱਤਾ ਕਿ ਏਡਜ਼ ਦਾ ਕਾਰਨ HIV ਵਾਇਰਸ ਉਸ ਨੇ ਲੱਭੀ ਹੈ ਅਤੇ ਉਸ ਨੂੰ ਲੋਕਾਂ ਅੰਦਰ ਲੱਭਣ ਲਈ ਇੱਕ ਟੈਸਟ ਵੀ ਪੈਦਾ ਕਰ ਲਿਆ ਹੈ। ਇਸ ਉੱਤੇ ਫਰਾਂਸ ਅਤੇ ਅਮਰੀਕਾ ਅੰਦਰ ਇੱਕ ਕਾਨੂੰਨੀ ਜੰਗ ਸ਼ੁਰੂ ਹੋ ਗਈ, ਜਿਸ ਵਿੱਚ ਅਮਰੀਕਾ ਦੇ ਪ੍ਰਧਾਨ ਅਤੇ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਆਪਣੀਆਂ ਧਿਰਾਂ ਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ। ਅੰਤ 1987 ਈਸਵੀ ਵਿੱਚ ਇਹ ਫੈਸਲਾ ਲਿਆ ਗਿਆ ਕਿ ਦੋਹਾਂ ਧਿਰਾਂ ਨੂੰ ਬਰਾਬਰ ਦਾ ਮੰਨ ਲਿਆ ਜਾਵੇ। ਫਸਾਦ ਦੀ ਜੜ ਸੀ HIV ਟੈਸਟਾਂ ਵਿੱਚੋਂ ਹੋਣ ਵਾਲੀ ਕਮਾਈ, ਜਿਸ ਨੇ ਅਰਬਾਂ ਡਾਲਰਾਂ ਤੱਕ ਪਹੁੰਚਣਾ ਸੀ। ਸਾਲ 2008 ਵਿੱਚ ਫਰਾਂਸੀਸੀ ਖੋਜੀਆਂ ਨੂੰ HIV ਵਾਇਰਸ ਲੱਭਣ ਲਈ ਨੋਬਲ ਪੁਰਸਕਾਰ ਮਿਲਿਆ। ਅਮਰੀਕਨ ਖੋਜੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। 20-22 ਸਾਲਾਂ ਤੋਂ ਏਡਜ਼ ਨੂੰ ਲੈ ਕੇ ਬੇਅੰਤ ਪ੍ਰਚਾਰ ਕੀਤਾ ਗਿਆ ਹੈ ਕਿ ਇਸ ਰੋਗੀ ਦੀ ਪਰਲੋ ਨਾਲ ਦੁਨੀਆ ਦੀ ਅੱਧੀਓਂ ਵੱਧ ਆਬਾਦੀ ਨੇ ਉੱਡ-ਪੁੱਡ ਜਾਣਾ ਹੈ ਆਦਿ। ਇਸ ਤੋਂ ਬਚਣ ਲਈ ਕਿਹਾ ਗਿਆ ਕਿ HIV ਟੈਸਟ ਕਰਵਾਉਣਾ ਜ਼ਰੂਰੀ ਹੈ ਅਤੇ ਜਿਸ ਕਿਸੇ ਦੇ ਅੰਦਰ ਵੀ HIV ਐਂਟੀਬਾਡੀ ਲੱਭੇ, ਇਲਾਜ ਐਂਟੀ ਰੀਟਰੋਵਾਇਰਲ ਦਵਾਈਆਂ ਨਾਲ ਕੀਤਾ ਜਾਵੇ। HIV ਇੱਕ ਰੀਟਰੋਵਾਇਰਸ ਹੈ। ਹਰ ਖੂਨ ਦੀ ਬੋਤਲ ਵਿੱਚ ਇਸ ਵਾਇਰਸ ਲਈ ਟੈਸਟ ਕੀਤੀ ਜਾਵੇ। ਹਰ ਟੈਸਟ ਦੇ ਪਿੱਛੇ ਗੈਲੋ ਨੂੰ ਕਮਿਸ਼ਨ ਜਾਂਦਾ ਹੈ। ਇਲਾਜ ਕਰਨ ਲਈ ਵਰਤੀ ਜਾਂਦੀ ਦਵਾਈ ਵੈਲਕਮ ਕੰਪਨੀ ਰਾਕਫੈਲਰ ਦੀ ਮਲਕੀਅਤ ਹੈ। ਰਾਕਫੈਲਰ ਪਰਿਵਾਰ ਦੁਨੀਆ ਅੰਦਰ ਇੱਕ ਨਵਾਂ ਨਿਜ਼ਾਮ ਲਿਆਉਣ ਵਿੱਚ ਕਈ ਸ਼ਕਤੀਆਂ ਦੇ ਨਾਲ ਸਾਂਝੀਵਾਲ ਹੈ। ਏਡਜ਼ ਦੇ ਹਊਏ ਦਾ ਦੂਜਾ ਪਾਸਾ ਕੀ ਹੈ? ਉਹ ਹੈ ਇਹ HIV ਨਾਲ ਏਡਜ਼ ਨਹੀਂ ਹੁੰਦੀ। HIV ਨਾਲ ਕੋਈ ਹੋਰ ਰੋਗ ਵੀ ਨਹੀਂ ਹੁੰਦਾ। ਕੈਦੀ ਸਾਇੰਸੀ ਅਦਾਰਿਆਂ ਵੱਲੋਂ HIV ਹੀ ਏਡਜ਼ ਦਾ ਇੱਕਮਾਤਰ ਕਾਰਨ ਦੱਸ ਕੇ ਜਨਤਾ ਨੂੰ ਭੁਚਲਾਇਆ ਗਿਆ ਹੈ। HIV ਇੰਨੀ ਕਮਜ਼ੋਰ ਵਾਇਰਸ ਹੈ ਕਿ ਸਰੀਰ ਦੀ ਰੋਗ ਰੋਕੂ ਸ਼ਕਤੀ ਨੂੰ ਉਖਾੜ ਨਹੀਂ ਸਕਦੀ। ਏਡਜ਼ ਦਾ ਰੋਗ ਸੈਕਸ ਰਾਹੀਂ ਨਹੀਂ ਹੁੰਦਾ। ਵਾਇਰਸ ਦੋ ਕਿਸਮ ਦੀ ਹੁੰਦੀ ਹੈ। ਜੇ ਇੱਕ ਹਵਾਈ ਜਹਾਜ਼ ਦੀ ਉਦਾਹਰਨ ਲਈਏ ਤਾਂ ਇੱਕ ਵਾਇਰਸ ਉਹ ਹੈ ਜਿਸ ਨੂੰ ਕਹਿ ਸਕਦੇ ਹਾਂ ਕਿ ਪਾਇਲਟ ਜਾਂ ਜਹਾਜ਼ ਚਾਲਕ ਹੈ, ਜੋ ਟਾਕਰਾ ਕਰਦੇ ਸੈੱਲ ਦੀ ਬਿਮਾਰੀ ਵਾਲੇ ਪਾਸੇ ਮੁਹਾਰ ਮੋੜ ਦਿੰਦਾ ਹੈ।
ਭਾਵ ਬਿਮਾਰ ਕਰਦਾ ਹੈ। ਅਜਿਹਾ ਕਾਰਨ ਵਿੱਚ ਵਾਇਰਸ ਨੂੰ ਜ਼ਿਆਦਾ ਦੇਰ ਨਹੀਂ ਲੱਗਦੀ। ਦੂਜੀ ਵਾਇਰਸ ਹੈ ਇੱਕ ਸਵਾਰੀ ਦੇ ਵਾਂਗ, ਜੋ ਸੈੱਲ ਦੇ ਉੱਤੇ ਸਵਾਰ ਰਹਿੰਦੀ ਹੈ, ਉਸ ਦੇ ਉੱਤੇ ਜਿਉਂਦੀ ਹੈ, ਪਰ ਵਾਰ ਕਰਕੇ ਬਿਮਾਰ ਨਹੀਂ ਕਰਦੀ। HIV ਇੱਕ ਸਵਾਰੀ ਵਾਇਰਸ ਹੈ, ਬਿਮਾਰੀ ਵਾਇਰਸ ਨਹੀਂ ਹੈ। HIV ਵਾਇਰਸ ਨੂੰ ਇੰਨਾ ਭਿਅੰਕਰ ਕਿਵੇਂ ਬਣਾ ਦਿੱਤਾ ਗਿਆ? ਇੰਜ ਉਦੋਂ ਹੋਇਆ ਜਦੋਂ ਅਮਰੀਕਨ ਡਾਕਟਰ ਗੈਲੋ ਨੇ ਇਹ ਐਲਾਨ ਕੀਤਾ ਕਿ HIV ਹੀ ਏਡਜ਼ ਦਾ ਕਾਰਨ ਹੈ। ਹੁਣ ਗੈਲੋ ਉੱਤੇ ਇਲਜ਼ਾਮ ਲੱਗ ਚੁੱਕੇ ਹਨ ਕਿ ਉਸ ਨੇ ਆਪਣੇ ਕਿੱਤੇ ਵਿੱਚ ਜਾਣ ਦੇ ਬੁੱਝਦੇ ਗਲਤ ਕੀਤਾ ਹੈ। ਉਸ ਦੇ ਨਾਲ ਕੰਮ ਕਰਦੇ 2 ਅਫਸਰਾਂ ਨੂੰ ਜੁਰਮੀ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਹਰ ਸਾਲ ਕਰੋੜਾਂ ਲੋਕਾਂ ਦਾ HIV ਐਂਟੀਬਾਡੀ ਟੈਸਟ ਹੁੰਦਾ ਹੈ। ਇਹ ਟੈਸਟ ਗੈਲੋ ਦਾ ਪੇਟੈਂਟ ਹੈ ਅਤੇ ਹਰ ਟੈਸਟ ਪਿੱਛੇ ਉਸ ਨੂੰ ਕਮਿਸ਼ਨ ਮਿਲਦਾ ਹੈ। ਲੋਕ ਮੌਂਟਾਨੀਅਰ, ਜਿਸ ਨੇ ਸ਼ੁਰੂ 'ਚ ਗੈਲੋ ਦੀ HIV ਏਡਜ਼ ਦਾ ਕਾਰਨ ਦੇ ਵਿੱਚ ਹਾਂ ਮਿਲਾਈ ਸੀ, 1999 ਈਸਵੀ ਦੇ ਵਿੱਚ ਮੰਨਿਆ HIV ਦੇ ਵਿੱਚ ਸਮਰੱਥਾ ਨਹੀਂ ਕਿ ਉਹ ਰੋਗ ਰੋਧੂ ਇਮਿਊਨ ਪ੍ਰਣਾਲੀ ਨੂੰ ਇੰਜ ਤਬਾਹ ਕਰ ਦੇਵੇ ਜੈਸਾ ਕਿ ਏਡਜ਼ ਦੇ ਰੋਗੀਆਂ ਵਿੱਚ ਦੇਖਿਆ ਜਾਂਦਾ ਹੈ। ਯਾਦ ਰਹੇ, ਮੌਂਟਾਨੀਅਰ ਨੂੰ HIV ਵਾਇਰਸ ਲੱਭਣ ਉੱਤੇ ਨੋਬਲ ਇਨਾਮ ਮਿਲਿਆ ਹੋਇਆ। 500 ਤੋਂ ਵੱਧ ਸਾਇੰਸਦਾਨ ਮੌਂਟਾਨੀਅਰ ਦੇ ਇਸ ਬਿਆਨ ਦੀ ਪ੍ਰੋੜਤਾ ਕਰਦੇ ਹਨ। ਡਾਕਟਰ ਰਾਬਰਟ ਵਿਲਰ ਨੇ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ ਦ ਡੈਡਲੀ ਡਿਸੈਪਸ਼ਨ। ਉਸ ਨੇ ਡਟ ਕੇ ਕਿਹਾ ਹੈ ਕਿ HIV ਨਾਲ ਕਦਾਚਿਤ ਏਡਜ਼ ਨਹੀਂ ਹੋ ਸਕਦੀ। ਸਬੂਤ ਦੇ ਹੱਕ ਵਿੱਚ ਸਪੇਨ ਅੰਦਰ ਇੱਕ ਟੈਲੀਵਿਜ਼ਨ ਗੱਲਬਾਤ ਸਮੇਂ ਉਸ ਨੇ ਸਭ ਦੇ ਸਾਹਮਣੇ ਆਪਣੇ ਆਪ ਨੂੰ HIV ਵਾਇਰਸ ਦਾ ਟੀਕਾ ਲਗਾਇਆ। ਇੰਨਾ ਸਵੈ ਵਿਸ਼ਵਾਸ ਸੀ ਉਸ ਦਾ। ਸੋ ਚੰਗੀ ਖਬਰ ਇਹ ਹੈ ਕਿ HIV ਏਡਜ਼ ਦਾ ਰੋਗ ਨਹੀਂ ਕਰਦੀ। ਮਾੜੀ ਖਬਰ ਇਹ ਹੈ ਕਿ ਉਡਾਰੀ ਲਗਾਉਣ ਵਾਲੇ ਨਸ਼ੇ ਅਤੇ AZT ਦਵਾਈਆਂ ਨਾਲ ਏਡਜ਼ ਦੇ ਇਲਾਜ ਹੀ ਏਡਜ਼ ਕਰਦੇ ਹਨ। ਏਡਜ਼ ਦਾ ਅਰਥ ਹੈ ਸਰੀਰ ਦੀ ਰੋਗਾਂ ਦਾ ਟਾਕਰਾ ਕਰਨ ਦੀ ਸ਼ਕਤੀ ਦਾ ਵਿਨਾਸ਼। ਕਹਿੰਦਾ ਕਹਾਉਂਦਾ AZT ਨਾਲ ਇਲਾਜ ਰੋਗ ਟਾਕਰਾ ਸ਼ਕਤੀ ਸਗੋਂ ਖੋਹ ਲੈਂਦਾ ਹੈ, ਭਾਵ ਏਡਜ਼ ਕਰਦਾ ਹੈ। AZT ਦਾ ਇਲਾਜ ਜ਼ਿੰਦਗੀ ਬਖਸ਼ਦਾ ਨਹੀਂ ਬਲਕਿ ਖੋਹਦਾ ਹੈ। ਕਹਾਣੀ ਇੰਜ ਬਣਦੀ ਹੈ। ਜ਼ੋਰਦਾਰ ਪ੍ਰਚਾਰ ਦੇ ਨਾਲ ਮੈਡੀਕਲ ਦੁਨੀਆ ਅਤੇ ਲੋਕਾਂ ਨੂੰ ਮਨਾਇਆ ਜਾ ਚੁੱਕਾ ਕਿ HIV ਜੋ ਇੱਕ ਜਾਤਰੂ ਵਾਇਰਸ ਹੈ ਅਤੇ ਕੁਝ ਵੀ ਨਹੀਂ ਕਰਦੀ, ਏਡਜ਼ ਦਾ ਕਾਰਨ ਹੈ। ਰੋਗ ਦੀ ਪਛਾਣ ਅਤੇ ਇਲਾਜ ਦੀ ਮਿੱਥ ਵੇਲੇ ਇਸ ਦੇ ਉਦਾਲੇ ਪੁਦਾਲੇ ਚੱਲਦੀ ਹੈ। ਡਾਕਟਰ ਕਹਿੰਦਾ ਹੈ, ਭਾਈ ਤੇਰਾ HIV ਟੈਸਟ ਪੋਜ਼ਿਟਿਵ ਨਿਕਲਿਆ। ਇੱਥੇ ਇਹ ਸਾਫ਼ ਤੌਰ ਤੇ ਸਮਝ ਲੈਣਾ ਚਾਹੀਦਾ ਹੈ ਕਿ ਟੈਸਟ ਦਰਅਸਲ ਇਹ ਤੈਅ ਕਰਦਾ ਹੈ ਕਿ ਸਰੀਰ ਅੰਦਰ HIV ਦਾ ਟਾਕਰਾ ਕਰਨ ਵਾਲੀ ਐਂਟੀਬਾਡੀ ਹੈ। ਕੋਈ ਵੀ ਟੈਸਟ HIV ਵਾਇਰਸ ਦੀ ਹੋਣ ਦਾ ਟੈਸਟ ਨਹੀਂ ਕਰਦਾ। ਏਡਜ਼ ਦਾ ਹੋਊਗਾ ਪ੍ਰਚਾਰ ਇੰਨਾ ਜ਼ੋਰਦਾਰ ਹੈ ਕਿ HIV ਪੋਜ਼ਿਟਿਵ ਸੁਣਦਿਆਂ ਹੀ ਇਨਸਾਨ ਦੇ ਹੋਸ਼ ਹਵਾਸ ਉੱਡ ਜਾਂਦੇ ਹਨ ਅਤੇ ਝੱਟ ਹੀ ਮੰਨ ਲਿਆ ਜਾਂਦਾ ਹੈ ਕਿ ਮੌਤ ਦਾ ਫੰਦਾ ਗਲ ਵਿੱਚ ਪੈ ਗਿਆ। ਕੁੱਲ ਟੱਬਰ ਸੋਗ ਵਿੱਚ ਡੁੱਬ ਜਾਂਦਾ ਹੈ। ਰਿਸ਼ਤੇ ਤਬਾਹ ਹੋ ਜਾਂਦੇ ਹਨ। ਕਈ ਆਤਮ ਘਾਤ ਕਰ ਲੈਂਦੇ ਹਨ। ਮੌਤ ਦੇ ਸਹਿਮ ਕਾਰਨ ਉਹਨਾਂ ਨੂੰ ਜੋ ਵੀ ਇਲਾਜ ਪੇਸ਼ ਕੀਤਾ ਜਾਂਦਾ ਹੈ ਉਸ ਨੂੰ ਮੰਨਦਿਆਂ ਦੇਰ ਨਹੀਂ ਲੱਗਦੀ। ਇਲਾਜ ਵੀ ਉਹ ਜਿਸ ਬਾਰੇ ਪ੍ਰਚਾਰ ਕਹਿੰਦਾ ਹੈ, AZT ਹੀ ਇੱਕਮਾਤਰ ਇਲਾਜ ਹੈ, ਜੋ ਸਰਾਸਰ ਝੂਠ ਹੈ। ਜਿਵੇਂ ਪਹਿਲਾਂ ਦੱਸਿਆ ਗਿਆ, ਇਹ ਖੇਡ ਰਾਕਫੈਲਰਾਂ ਦੀ ਹੈ। ਉਹਨਾਂ ਦੀ ਆਪਣੀ ਵੈਲਕਮ ਕੰਪਨੀ AZT ਬਣਾਉਂਦੀ ਹੈ। AZT ਉਹਨਾਂ ਦਾ ਪੇਟੈਂਟ ਹੈ, ਹੋਰ ਕੋਈ ਬਣਾ ਨਹੀਂ ਸਕਦਾ। ਜੇ ਸੱਚਮੁੱਚ ਏਡਜ਼ ਖਤਮ ਕਰਨ ਵਿੱਚ ਇਹ ਦਵਾਈ ਸਹਾਇਕ ਹੁੰਦੀ ਤਾਂ ਕੁੱਲ ਦੁਨੀਆ ਦੇ ਅੰਦਰ ਐਸਪਰੀਨ ਵਾਂਗ ਬਣਾ ਕੇ ਨਹਾਇਤ ਸਸਤੀ ਵੇਚੀ ਜਾ ਸਕਦੀ ਸੀ। ਪਰ ਰਾਕਫੈਲਰਾਂ ਦਾ ਕੰਮ ਦਾਨ ਕਰਨਾ ਨਹੀਂ ਹੈ, ਲੁੱਟਣਾ ਹੈ। ਅਤੇ ਜੇ ਇਲਾਜ ਹੀ ਮੌਤ ਦਾ ਕਾਰਨ ਬਣੇ ਤਾਂ ਉਹਨਾਂ ਦੀ ਬਲਾ ਨੂੰ ਏਡਜ਼ ਦਾ ਹੋਊਗਾ ਐਨ ਉਸੇ ਤਰ੍ਹਾਂ ਹੈ ਜਿਵੇਂ ਅਮਰੀਕਾ ਦਾ ਇਰਾਕ ਵਿੱਚ ਕਥਿਤ ਲੁਕਾਈ ਘਾਤਕ ਹਥਿਆਰ ਮੁਕਾਉਣ ਅਤੇ ਲੋਕ ਰਾਜ ਸਥਾਪਿਤ ਕਰਨ ਲਈ ਹਮਲਾ। ਇਰਾਕ ਉੱਤੇ ਹਮਲਾ, ਉੱਥੋਂ ਦੇ 14 ਲੱਖ ਲੋਕਾਂ ਦਾ ਕਤਲ ਅਤੇ ਬੇਅੰਤ ਹੋਰਾਂ ਦਾ ਉਜਾੜਾ ਤਾਂ ਨਜ਼ਰ ਹੀ ਆ ਜਾਂਦਾ ਹੈ। ਇਸ ਦੇ ਟਾਕਰੇ ਵਿੱਚ ਏਡਜ਼ ਦੇ ਹੋਏ ਰਾਹੀਂ ਕੁੱਲ ਦੁਨੀਆ ਦੇ ਉੱਤੇ ਧਾਵਾ ਬੋਲਿਆ ਜਾ ਚੁੱਕਾ।
ਜੋ ਵਿਖਾਈ ਨਹੀਂ ਦੇਣਾ। ਜ਼ੋਰਦਾਰ ਲੁੱਟ ਜਾਰੀ ਹੈ, ਪਹਿਲਾਂ ਟੈਸਟ ਦੇ ਨਾਲ ਅਤੇ ਪਿੱਛੋਂ ਮੌਤ ਵਰਗੇ ਇਲਾਜ ਦੇ ਨਾਲ। ਹੁਣ AZT ਬਾਰੇ ਕੁਝ ਜਾਣ ਲਈਏ। ਇਹ ਦਵਾਈ ਕੈਂਸਰ ਦੇ ਇਲਾਜ ਲਈ ਬਣਾਈ ਗਈ ਸੀ, ਪਰ ਪਤਾ ਲੱਗਿਆ ਕਿ ਅਤਿਅੰਤ ਜ਼ਹਿਰੀਲੀ ਸੀ। ਇਹ ਸੈੱਲਾਂ ਦਾ ਕਤਲ ਕਰਦੀ ਹੈ। ਸੈੱਲ ਭਾਵੇਂ ਕੋਈ ਵੀ ਹੋਣ, ਸਿਹਤਮੰਦ ਜਾਂ ਕੈਂਸਰ ਵਾਲੇ। ਸਵਾਲ ਉੱਠਦਾ ਸੀ ਕਿ AZT ਨਾਲ ਸਰੀਰ ਦੇ ਬੇਅੰਤ ਸਿਹਤਮੰਦ ਸੈੱਲਾਂ ਦੀ ਤਬਾਹੀ ਅਤੇ ਮੌਤ ਪਹਿਲਾਂ ਹੋਵੇਗੀ ਜਾਂ ਕੈਂਸਰ ਸੈੱਲਾਂ ਦੀ? ਜਵਾਬ ਸਾਫ਼ ਸੀ। ਇਸੇ ਲਈ ਇਸ ਦੀ ਵਰਤੋਂ ਕੈਂਸਰ ਰੋਗੀਆਂ ਲਈ ਨਹੀਂ ਹੋਈ। ਹੁਣ ਉਸੇ ਹੀ ਦਵਾਈ ਨਾਲ HIV ਦਾ ਇਲਾਜ ਹੋ ਰਿਹਾ। ਇਹ ਦਵਾਈ ਸਰੀਰ ਦੀ ਇਮਿਊਨ ਟਾਕਰਾ ਸ਼ਕਤੀ ਮਾਰ ਮੁਕਾਉਂਦੀ ਹੈ, ਭਾਵ ਏਡਜ਼ ਦਾ ਰੋਗ ਪੈਦਾ ਕਰਦੀ ਹੈ, HIV ਦਾ ਇਲਾਜ ਨਹੀਂ ਕਰਦੀ। ਏਡਜ਼ ਕੀ ਹੈ? ਇਹ ਹੈ ਰੋਗਾਂ ਦਾ ਟਾਕਰਾ ਕਰਨ ਵਾਲੀ ਇਮਿਊਨ ਸ਼ਕਤੀ ਦੀ ਤੋੜ-ਫੋੜ। ਇਹ ਹਾਲਤ ਬੇਅੰਤ ਕਾਰਨਾਂ ਤੋਂ ਪੈਦਾ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਸੈਕਸ ਉੱਕਾ ਹੀ ਕਾਰਨ ਨਹੀਂ। ਸੈਕਸ ਨੂੰ ਕਾਰਨ ਦੱਸ ਕੇ ਕੰਡੋਮ ਨਿਰੋਧ ਦੀ ਸਨਅਤ ਨੇ ਬੇਅੰਤ ਕਮਾਈ ਕੀਤੀ ਹੈ ਅਤੇ ਕਰ ਰਿਹਾ ਹੈ। ਸੈਕਸ ਵੀ ਅਤਿਅੰਤ ਇਬਰਤਨਾਕ ਰੱਬ ਦਾ ਕਹਿਰ ਬਣਾ ਦਿੱਤਾ ਗਿਆ। ਏਡਜ਼ ਨਾਲ ਮੌਤਾਂ ਕਿਉਂ ਹੋ ਰਹੀਆਂ ਨੇ? ਹੋਇਆ ਇਹ ਹੈ ਕਿ ਜਿਹੜਾ ਵੀ ਸਰੀਰ ਦੀ ਕਿਸੇ ਵੀ ਇਮਿਊਨ ਟਾਕਰਾ ਸ਼ਕਤੀ ਦੀ ਕਮਜ਼ੋਰੀ ਨਾਲ ਮਰਦਾ ਹੈ, ਉਹ ਇੱਕ ਲੰਬੇ ਚੌੜੇ ਅਰਥਾਂ ਵਾਲੇ ਲਫ਼ਜ਼ ਏਡਜ਼ ਦੇ ਘੇਰੇ ਵਿੱਚ ਆ ਜਾਂਦਾ ਹੈ। ਰੋਗ ਪਛਾਣ ਅੰਦਰ ਵੀ ਇਸ ਦੀ ਰੱਜ ਕੇ ਕੁਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, HIV ਵਾਇਰਸ ਨਾਲ ਕੋਈ ਰੋਗ ਉਤਪੰਨ ਨਹੀਂ ਹੁੰਦਾ, ਪਰ ਜੇ ਕੋਈ HIV ਪੋਜ਼ਿਟਿਵ ਹੋਵੇ ਅਤੇ TB, ਨਮੂਨੀਆ ਜਾਂ ਹੋਰ 50 ਵੱਖਰੀਆਂ ਬਿਮਾਰੀਆਂ ਵਿੱਚੋਂ ਕਿਸੇ ਇੱਕ ਨਾਲ ਮਰ ਜਾਵੇ ਤਾਂ ਮੌਤ ਦੇ ਕਾਰਨ ਦੀ ਰੋਗ ਪਛਾਣ ਏਡਜ਼ ਕਰਕੇ ਮੰਨੀ ਜਾਂਦੀ ਹੈ। HIV ਟੈਸਟ ਨੈਗੇਟਿਵ ਹੋਵੇ ਤਾਂ ਮੌਤ ਦਾ ਕਾਰਨ ਉਹੀ ਬਿਮਾਰੀਆਂ ਦੱਸੀਆਂ ਜਾਂਦੀਆਂ ਹਨ, ਏਡਜ਼ ਨਹੀਂ। ਬਿਮਾਰੀਆਂ ਦੇ ਅੰਕੜੇ ਇੰਜ ਤਰੋੜੇ ਮਰੋੜੇ ਜਾਂਦੇ ਹਨ ਕਿ ਜਾਪੇ HIV ਪੋਜ਼ਿਟਿਵ ਹੀ ਏਡਜ਼ ਦੇ ਕਾਰਨ ਮਰਦੇ ਹਨ। ਇਹ ਸਰਾਸਰ ਝੂਠ ਹੈ। ਏਡਜ਼ ਹੈ ਇਮਿਊਨ ਟਾਕਰਾ ਸ਼ਕਤੀ ਦੀ ਕਮਜ਼ੋਰੀ। ਬੇਅੰਤ ਲੋਕ ਅਜਿਹੀ ਏਡਜ਼ ਤੋਂ ਮਰਦੇ ਹਨ ਜੋ HIV ਪੋਜ਼ਿਟਿਵ ਨਹੀਂ। ਏਡਜ਼ ਬਲਾ ਦੀ ਪਰਲੋ ਦੀਆਂ ਭਵਿੱਖਬਾਣੀਆਂ ਸੱਚ ਸਾਬਤ ਨਹੀਂ ਹੋਈਆਂ। ਦੁਨੀਆ ਅੰਦਰ ਬੇਅੰਤ ਲੋਕ ਹਨ ਜਿਨ੍ਹਾਂ ਅੰਦਰ HIV ਐਂਟੀਬਾਡੀ ਹੈ, ਪਰ ਉਹਨਾਂ ਕਦੇ ਟੈਸਟ ਨਹੀਂ ਕਰਵਾਇਆ ਅਤੇ ਪੂਰਨ ਸਿਹਤ ਨਾਲ ਜ਼ਿੰਦਗੀ ਮਾਣ ਰਹੇ ਹਨ। ਉਹਨਾਂ ਨੂੰ ਨਾ ਏਡਜ਼ ਹੋਈ ਹੈ, ਨਾ ਹੀ ਹੋਵੇਗੀ। ਕਾਰਨ HIV ਦਾ ਏਡਜ਼ ਨਾਲ ਕੋਈ ਸਬੰਧ ਨਹੀਂ ਹੈ। ਕੋਈ ਵੀ ਤੱਤ ਜਿਸ ਦੇ ਨਾਲ ਇਮਿਊਨ ਸ਼ਕਤੀ ਨੂੰ ਸੱਟ ਲੱਗੇ, ਏਡਜ਼ ਦਾ ਕਾਰਨ ਬਣ ਸਕਦੀ ਹੈ। ਸਭ ਤੋਂ ਵੱਡਾ ਕਾਰਨ ਹਨ ਨਸ਼ੀਲੀਆਂ ਦਵਾਈਆਂ। ਅਮਰੀਕਾ ਅੰਦਰ ਸਮਲਿੰਗੀ ਸੈਕਸ ਵਾਲੇ ਨਸ਼ਿਆਂ ਦੀ ਬੇਅੰਤ ਵਰਤੋਂ ਕਰਦੇ ਹਨ, ਜਿਨ੍ਹਾਂ ਨੂੰ ਸਹੀ ਸੋਚ ਵਾਲੇ ਡਾਕਟਰ ਏਡਜ਼ ਦਾ ਕਾਰਨ ਮੰਨਦੇ ਹਨ। ਜੋ ਵੇਸ਼ਵਾਵਾਂ ਨਸ਼ਿਆਂ ਦੀ ਵਰਤੋਂ ਕਰਦੀਆਂ ਹਨ, ਉਹ ਏਡਜ਼ ਦਾ ਸ਼ਿਕਾਰ ਹੁੰਦੀਆਂ ਹਨ। ਏਡਜ਼ ਦਾ ਪ੍ਰਚਾਰ ਨਸ਼ਿਆਂ ਦੇ ਵਪਾਰ ਨਾਲ ਜੁੜਿਆ ਹੋਇਆ ਹੈ। ਦੁਨੀਆ ਦੇ ਕੁੱਲ ਨਸ਼ਾ ਪ੍ਰਸਾਰ ਵਿੱਚ CIA ਦਾ ਹਮੇਸ਼ਾ ਵੱਡਾ ਹੱਥ ਰਿਹਾ ਹੈ। ਭਾਰਤ ਦੇ ਕੁੱਲ ਉੱਤਰ ਪੂਰਬੀ ਇਲਾਕਿਆਂ ਅੰਦਰ ਏਡਜ਼ ਦਾ ਪ੍ਰਕੋਪ ਕਿਹਾ ਜਾਂਦਾ ਹੈ। ਕਾਰਨ ਨਸ਼ੇ ਦੇ ਟੀਕੇ ਦੱਸੇ ਜਾਂਦੇ ਹਨ। ਜ਼ੋਰ ਨਸ਼ੇ ਦੀ ਸਾਂਝੀ ਵਰਤੋਂ ਜਾਂਦੀ ਸੂਈ ਉੱਤੇ ਦਿੱਤਾ ਜਾਂਦਾ ਹੈ। ਪਈ ਸੂਈ ਹੀ ਏਡਜ਼ ਖਿਲਾਰਦੀ ਹੈ। ਨਸ਼ੇ ਹੀ ਏਡਜ਼ ਦਾ ਕਾਰਨ। ਇੱਧਰ ਧਿਆਨ ਦੇਣ ਦੀ ਲੋੜ ਹੈ। ਗਰੀਬਾਂ ਦੀ ਇਮਿਊਨ ਸ਼ਕਤੀ ਨੂੰ ਖੋਰਾ ਲੱਗਦਾ ਹੈ। ਮਾੜੀ ਖੁਰਾਕ, ਭੈੜਾ ਪਾਣੀ ਅਤੇ ਰੋਜ਼-ਬਰ-ਰੋਜ਼ ਛੋਟੀਆਂ ਵੱਡੀਆਂ ਬਿਮਾਰੀਆਂ ਅੰਦਰ ਫਸੇ ਰਹਿਣ ਕਾਰਨ ਅਜਿਹੀ ਏਡਜ਼ ਤੋਂ ਬੇਅੰਤ ਲੋਕ ਅਫਰੀਕਾ, ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿੱਚ ਪੀੜਤ ਹੋ ਕੇ ਮਰ ਰਹੇ ਹਨ। ਪਰ ਉਹਨਾਂ ਦੇ ਕੋਲ ਕੋਈ ਦੌਲਤ ਨਹੀਂ ਜਿਨ੍ਹਾਂ ਨੂੰ ਡਾਕਟਰੀ ਪੇਸ਼ਾ ਜਾਂ ਦਵਾਈਆਂ ਕੰਪਨੀਆਂ ਲੁੱਟ ਲੈਣ। ਅਜਿਹੇ ਲੋਕਾਂ ਦੀਆਂ ਮੌਤਾਂ ਦੀ ਕਦੇ ਉੱਗ ਸੁੱਗ ਨਹੀਂ ਨਿਕਲਦੀ। ਬੇਅੰਤ ਲੋਕ ਜਿਨ੍ਹਾਂ ਦਾ HIV ਟੈਸਟ ਪੋਜ਼ਿਟਿਵ ਆਇਆ ਹੈ, ਐਵੇਂ ਹੀ ਸਹਿਮ ਦੇ ਨਾਲ ਮਰੇ ਪਏ ਹਨ ਕਿ ਏਡਜ਼ ਦੇ ਰੋਗ ਨੇ ਕਿਸੇ ਵੀ ਦਿਨ ਘੇਰ ਲੈਣਾ ਹੈ। AZT ਦਾ ਇਲਾਜ ਮਾਰੂ ਹੈ। ਇਸ ਦੇ ਨਾਲ ਇੱਕ ਵੀ ਰੋਗੀ ਠੀਕ ਨਹੀਂ ਹੋਇਆ। ਇਸ ਮਹਿੰਗੀ ਦਵਾਈ ਦੇ ਨਾਲ ਲੋਕਾਂ ਦੇ ਘਰ ਖਾਲੀ ਅਤੇ ਕੰਪਨੀਆਂ ਅਤੇ ਰੋਕਫੈਲਰ ਦੇ ਕੋਠੇ ਮਾਲੋ ਮਾਲ ਹੋ ਗਏ ਹਨ।
HIV ਦੀ ਖੋਜ ਪਿੱਛੇ ਨੋਬਲ ਪੁਰਸਕਾਰਿਤ ਡਾਕਟਰ ਲੁਕ ਮੋਂਟਾਰੀਅਰ ਦਾ ਕੀ ਕਹਿਣਾ ਹੈ? ਸਾਡੇ ਸਰੀਰ ਅੰਦਰ ਜਿੰਨੀ ਵਾਰ ਚਾਹੋ HIV ਪਾ ਦਿਓ। ਜੇ ਸਾਡੀ ਇਮਿਊਨ ਪ੍ਰਣਾਲੀ ਸਹੀ ਹੈ ਤਾਂ ਇਨਫੈਕਸ਼ਨ ਹੋ ਹੀ ਨਹੀਂ ਸਕਦੀ। ਸਾਡਾ ਇਮਿਊਨ ਸਿਸਟਮ ਕੁਝ ਸਾਥੀਆਂ ਵਿੱਚ HIV ਵਿਰੋਧੀ ਐਂਟੀਬਾਡੀ ਤਿਆਰ ਕਰ ਦਿੰਦਾ ਹੈ। HIV ਪॉजिटिव ਹੋਣਾ ਕਿਸੇ ਵੀ ਬਿਮਾਰੀ ਦਾ ਸੂਚਕ ਨਹੀਂ, ਸਮੇਤ ਏਡਜ਼ ਦੇ। HIV ਪॉजिटिव ਦੇ ਨਾਮ ਉੱਤੇ ਸਮਾਜ ਦੇ ਅੰਦਰ ਨਾ ਰੋਗੀ ਚੰਗੇ ਭਲੇ ਲੋਕਾਂ ਉੱਤੇ ਵਿਤਕਰਾ ਕੀਤਾ ਜਾਂਦਾ ਹੈ। ਸਾਡੀ ਸਰਕਾਰ ਅੰਦਰ ਸਿਹਤ ਵਿਭਾਗ ਦੇ ਕਰਿੰਦਿਆਂ, ਅਫਸਰਾਂ ਅਤੇ ਵਜ਼ੀਰਾਂ ਨੂੰ ਜਗਾਉਣ ਦੀ ਲੋੜ ਹੈ। HIV ਅਤੇ ਏਡਜ਼ ਨੂੰ ਸਹੀ ਢੰਗ ਨਾਲ ਸਮਝਣ ਅਤੇ ਵਿਚਾਰਨ ਦੀ ਲੋੜ ਹੈ। HIV ਪॉजिटिव ਹੋਣਾ ਕਿਸੇ ਰੋਗ ਦਾ ਸੂਚਕ ਨਹੀਂ ਹੈ। ਕੀ ਇਸ ਟੈਸਟ ਉੱਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ? HIV ਪॉजिटिव ਦਾ ਲੇਬਲ ਅਤੇ ਖੌਫ ਹਰ ਵਿਅਕਤੀ ਦੇ ਉੱਤੋਂ ਉਤਾਰ ਨਹੀਂ ਦੇਣਾ ਚਾਹੀਦਾ। ਕਿਤਾਬ ਸੱਚ ਦੀ ਭਾਲ ਵਿੱਚ ਡਾਕਟਰ ਦਲਜੀਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।